ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 145 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੇ ਉਪਦੇਸ਼ ਗਿਆਨ ਰੂਪੀ ਨਾਮ ਦੇ ਦੀਦਾਰ ਕਰਨ ਵਾਸਤੇ। ਬੇਅੰਤ ਪਰਿਵਾਰ ਐਸੇ ਨੇ ਜਿਹੜੇ ਪਰਿਵਾਰ ਸਮੇਤ ਬੈਠਦੇ ਨੇ, ਉਹਨਾਂ ਦੇ ਬੱਚੇ ਵੀ ਨਾਲ ਬੈਠਦੇ ਨੇ। ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ ਅਰਥਾਂ ਸਮੇਤ ਸਹਿਜ ਪਾਠ ਕਰਨ ਵਾਲੇ ਪਾਸੇ ਪ੍ਰੇਰਿਤ ਕੀਤਾ ਹੈ। ਸ਼ੁਕਰ ਵਾਹਿਗੁਰੂ ਜੀ ਦਾ ਕਿ ਜੋ ਵੀ ਵਿਚਾਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ, ਤੁੱਛ ਜੀ ਬੁੱਧੀ ਅਨੁਸਾਰ, ਤੁੱਛ ਜੀ ਜੋ ਮਤ ਹੈ, ਜਿੰਨੀ ਕੁ ਸੋਝੀ ਆਈ ਹੈ ਉਹ ਵਿਚਾਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ। ਇਹ ਫਾਈਨਲ ਵਰਜ਼ਨ ਨਹੀਂ ਹੈ। ਇਸ ਤੋਂ ਵੀ ਵਧੀਆ ਵਧੀਆ ਵਿਚਾਰ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਕਰਨੀ ਹੈ, ਕਰਦੇ ਰਹਿਣਾ, ਤੁਹਾਡੇ ਤੱਕ ਪਹੁੰਚਦੀਆਂ ਰਹਿਣੀਆਂ। ਜੋ ਚੰਗਾ ਲੱਗੇ, ਸਿੱਖਣ ਨੂੰ ਮਿਲੇ, ਉਹਨੂੰ ਅਪਣਾਉਣਾ ਹੈ। ਅਗਰ ਗੁਰਮਤਿ ਦੀ ਕਸਵੱਟੀ ਤੇ ਕੋਈ ਵਿਚਾਰ ਪੂਰੀ ਨਹੀਂ ਉਤਰਦੀ ਤਾਂ ਮੇਰੀ ਅਗਿਆਨਤਾ ਸਮਝ ਕੇ ਉਸ ਨੂੰ ਇਗਨੋਰ ਕਰ ਦੇਣਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਆਓ ਕਰੀਏ ਦੀਦਾਰ ਜੀ। ਸ਼ਲੋਕ ਮਹੱਲਾ ਪਹਿਲਾ, ਮਾਝ ਰਾਗ ਦੀ 16ਵੀਂ ਪੌੜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਕਾਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਜਦੋਂ ਜੀਵਨ ਮਨਮੁਖ ਬਣ ਜਾਵੇ, ਮਨ ਦੇ ਪਿੱਛੇ ਲੱਗੇ ਤੇ ਮਨ ਲੋਭੀ ਹੋਵੇ, ਮਤ ਕਪਟੀ ਹੋ ਜਾਵੇ, ਤਾਂ ਮਨੁੱਖ ਦੇ ਅੰਦਰ ਕਲਯੁਗੀ ਸੁਭਾਅ ਪੈਦਾ ਹੋ ਜਾਂਦਾ ਹੈ। ਕਲਯੁਗੀ ਸੁਭਾਅ ਦੀ ਨਿਸ਼ਾਨੀ ਉਹ ਝੂਠ ਦਾ ਸਹਾਰਾ ਲਏਗਾ ਤੇ ਅੰਦਰ ਆਪਣੇ ਲੋਭ ਲਾਲਚ ਦੀ ਅੱਗ ਨੂੰ ਪੂਰਾ ਕਰਨ ਵਾਸਤੇ ਯਤਨ ਕਰੇਗਾ। ਇਹਨੂੰ ਆਸਾ ਰਾਗ ਦੀ ਵਾਰ ਵਿੱਚ ਕਿਹਾ ਹੈ, ਕਲਯੁਗ ਰਥ ਅਗਨ ਕਾ, ਕੂੜ ਅਗੈ ਰਥਵਾਹ। ਲੋਭ ਲਾਲਚ ਦੀ ਵਿਕਾਰਾਂ ਦੀ ਜਿਹੜੀ ਅੱਗ ਹੈ ਉਹ ਇੱਕ ਰਥ ਬਣ ਜਾਂਦਾ ਹੈ। ਜੀਵਨ ਉਸ ਲੋਭ ਰੂਪੀ ਅੱਗ ਦੇ ਉੱਪਰ, ਵਿਕਾਰੀ ਅੱਗ ਦੇ ਉੱਪਰ ਰਥ ਬਣ ਕੇ ਇਹ ਮਨ ਉਸ ਰਥ ਵਿੱਚ ਬੈਠਦਾ ਹੈ ਤੇ ਜੋ ਰਥਵਾਨ ਹੈ ਉਹ ਝੂਠ ਬਣ ਜਾਂਦਾ ਹੈ। ਡਰਾਈਵਰ ਝੂਠ ਹੈ ਤੇ ਅੰਦਰ ਇਹ ਕਲਯੁਗ ਵਾਪਰਦਾ ਹੈ। ਉੱਥੇ ਅੰਦਰ ਸਾਡੇ ਚਾਰੇ ਯੁੱਗ ਕਿਵੇਂ ਵਾਪਰਦੇ ਨੇ ਇਹ ਜ਼ਿਕਰ ਕੀਤਾ ਹੈ। ਆਪਾਂ ਜਿੱਥੇ ਉਦੋਂ ਪਹੁੰਚਾਂਗੇ, ਜਦੋਂ ਉਸ ਸ਼ਬਦ ਤੇ ਉਦੋਂ ਵਿਚਾਰ ਕਰਾਂਗੇ। ਇੱਥੇ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰ ਕਲਯੁਗੀ ਸੁਭਾਅ ਪੈਦਾ ਹੋ ਗਿਆ, ਤੇ ਕਲਯੁਗੀ ਸੁਭਾਅ ਜਿਹੜਾ ਹੈ ਇੱਕ ਐਸੀ ਛੁਰੀ ਹੈ ਜਿਹੜੀ ਅੰਦਰੋਂ ਆਪਣੇ ਆਤਮਿਕ ਜੀਵਨ ਨੂੰ ਵੀ ਖਤਮ ਕਰ ਦਿੰਦੀ ਹੈ ਤੇ ਬਾਹਰ
ਉਹ ਜਦੋਂ ਇਹ ਛੁਰੀ ਵਾਲੀ ਸੋਚ, ਕਲਯੁਗੀ ਸੁਭਾਅ, ਉਹਦੇ ਕੋਲੇ ਕੋਈ ਪਦਵੀ ਆ ਜਾਵੇ, ਕੋਈ ਪੋਲੀਟੀਕਲ ਪਾਵਰ ਆ ਜਾਵੇ, ਤਾਂ ਉਹ ਆਪਣੀ ਪਦਵੀ ਦੇ ਨਾਲ ਜੋ ਵੀ ਫੈਸਲੇ ਲੈਂਦਾ ਹੈ, ਇਹ ਉਹ ਜ਼ਾਲਮ ਹੁੰਦਾ ਹੈ, ਜ਼ੁਲਮ ਕਰਦਾ ਹੈ। ਕਲ ਘਾਤੀ ਰਾਜੇ ਕਸਾਈ, ਕਸਾਈ ਜ਼ਾਲਮ, ਜ਼ੁਲਮ ਕਰਨ ਵਾਲਾ। ਫਿਰ ਉਸ ਜੀਵਨ ਵਿੱਚੋਂ ਧਰਮ ਪੰਖ ਕਰ ਉੱਡ ਰਿਹਾ। ਉਸ ਜੀਵਨ ਵਿੱਚ ਧਰਮ ਨਹੀਂ ਹੁੰਦਾ, ਕੋਈ ਨਿਜ਼ਮ ਨਾਮ ਦੀ ਚੀਜ਼ ਨਹੀਂ ਹੁੰਦੀ। ਰੱਬੀ ਨਿਜ਼ਮਾਂ ਤੋਂ ਕੋਹਾਂ ਦੂਰ ਹੈ ਉਹ ਜੀਵਨ। ਉਸ ਜੀਵਨ ਦੇ ਲਈ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਅੰਦਰ ਕੂੜ ਦੀ ਅਮਾਵਸ ਯਾਨੀ ਮੱਸਿਆ ਵਾਲੀ ਰਾਤ ਵਾਂਗੂ ਹਨੇਰਾ ਨਾ ਸਮਝੀ ਹੁੰਦੀ ਹੈ। ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਫੈਸਲੇ ਲੈ ਰਿਹਾ, ਇਹਨਾਂ ਫੈਸਲਿਆਂ ਦਾ ਅਸਰ ਕੀ ਪੈ ਰਿਹਾ। ਉਹਨੂੰ ਆਪਣੀ ਪਦਵੀ ਦੀ ਸ਼ਕਤੀ ਵਰਤਣੀ ਆਉਂਦੀ ਹੈ। ਆਪਣੀ ਪਦਵੀ ਦੀ ਸ਼ਕਤੀ ਵਰਤ ਕੇ ਆਪਣੇ ਪਦਵੀ ਦੇ ਲੋਭ ਲਾਲਚ ਵਿੱਚ, ਅਹੰਕਾਰ ਵਿੱਚ ਫੈਸਲੇ ਲੈਂਦਾ ਹੈ। ਉਹਨੂੰ ਪਤਾ ਨਹੀਂ ਹੁੰਦਾ ਉਹਦੇ ਫੈਸਲਿਆਂ ਨਾਲ ਕਿਸੇ ਤੇ ਜ਼ੁਲਮ ਹੋ ਰਿਹਾ ਹੈ। ਉਹਦੀ ਜ਼ਿੰਦਗੀ 'ਚੋਂ ਧਰਮ ਉੱਡ ਗਿਆ ਹੈ, ਨਾ ਸਮਝੀ ਦਾ ਹਨੇਰਾ ਛਾ ਗਿਆ ਹੈ, ਤੇ ਸੱਚ ਦਾ ਚੰਦਰਮਾ ਅੰਦਰ ਨਹੀਂ ਹੈ। ਉਹਦੇ ਅੰਦਰ ਨਾਮ ਦੀ ਸ਼ਾਂਤੀ ਨਹੀਂ ਹੈ। ਉਹਦੇ ਅੰਦਰ ਤਰਸ ਦੀ ਭਾਵਨਾ ਨਹੀਂ ਹੈ। ਹਉ ਭਾਲ ਬੇਕੁੰਨੀ ਹੋਈ। ਸਤਿਗੁਰੂ ਜੀ ਕਹਿੰਦੇ ਮੇਰੀ ਮੱਤ ਭਾਲ ਰਹੀ ਹੈ। ਬੇਕੁੰਨੀ, ਵਿਆਕੁਲ ਹੈ, ਯਾਨੀ ਇਸ ਭਾਲ ਵਿੱਚ ਹੈ ਕਿ ਉਹ ਸੱਚ ਦਾ ਚੰਦਰਮਾ ਕਿਸੇ ਸੁਭਾਅ ਵਿੱਚੋਂ ਲੱਭੇ। ਉਹ ਸੁਭਾਅ ਜਿਸ ਸੁਭਾਅ ਦੇ ਵਿੱਚ ਨਾ ਸਮਝੀ ਨਹੀਂ ਹੈ, ਸੋਝੀ ਦਾ ਚਾਨਣ ਹੈ। ਜਿਸ ਵਿੱਚ ਕਲਯੁਗੀ ਸੁਭਾਅ ਨਹੀਂ ਹੈ, ਗੁਰਮੁਖੀ ਸੁਭਾਅ ਹੈ। ਜਿਹੜਾ ਪਦਵੀਆਂ ਦੇ ਨਾਲ, ਜ਼ਿੰਮੇਵਾਰੀਆਂ ਦੇ ਨਾਲ ਜ਼ੁਲਮ ਨਹੀਂ ਕਰ ਰਿਹਾ, ਪਰਉਪਕਾਰ ਕਰਦਾ ਹੈ। ਜਿਹਦੀ ਜ਼ਿੰਦਗੀ ਵਿੱਚ ਸੋਚ ਸਮਝ ਵਿੱਚ ਧਰਮ ਹੈ, ਮੇਰੀ ਮੱਤ ਭਾਲ ਰਹੀ ਹੈ ਉਸ ਨੂੰ। ਅੰਧੇਰਾ ਰਾਹ ਨਾ ਕੋਈ, ਇਸ ਮੱਤ ਨੂੰ ਰਾਹ ਨਹੀਂ ਲੱਭ ਰਿਹਾ। ਹੁਣ ਇਸ ਨੂੰ ਇਦਾਂ ਵੀ ਕਹਿ ਸਕਦੇ ਹਾਂ ਕਿ ਜਿਹਦੇ ਅੰਦਰ ਕੂੜ ਅਮਾਵਸ ਵਾਪਰ ਗਿਆ, ਜਿਹਦੇ ਅੰਦਰ ਕਲਯੁਗੀ ਸੁਭਾਅ ਵਾਪਰ ਗਿਆ, ਉਹਦੀ ਮੱਤ ਭਾਲਦੀ ਪਈ ਹੈ ਇਸ ਨੂੰ, ਚੰਦਰਮਾ ਵਾਂਗ ਅੰਦਰਲੀ ਠੰਡਕ ਨੂੰ, ਆਨੰਦ ਨੂੰ, ਪਰ ਨਹੀਂ ਮਿਲੇਗਾ ਕਿਉਂਕਿ ਹਨੇਰਾ ਰਾਹ ਹੈ। ਉਹਨੂੰ ਲੱਭਦਾ ਹੀ ਕੁਛ ਨਹੀਂ ਕਿਉਂਕਿ ਆਪਣੇ ਬੁਣੇ ਹੋਏ ਜਾਲ ਵਿੱਚ ਫਸ ਗਿਆ। ਇਸ ਤਰ੍ਹਾਂ ਫਸੀ ਹੋਈ ਮੱਤ, ਇੱਕ ਨਹੀਂ ਦੋ ਨਹੀਂ, ਬਹੁਤਾਤ ਮਨੁੱਖਾਂ ਅੰਦਰ ਵਿੱਚ ਹਉਮੈ ਕਰ ਦੁੱਖ ਰੋਈ। ਇੱਦਾਂ ਇਹ ਮੱਤ, ਇਹ ਦੁਨੀਆ ਹਉਮੈ ਦੇ ਵਿੱਚ ਦੁਖੀ ਹੈ ਤੇ ਆਪਣੇ ਰੋਣੇ ਰੋਂਦੀ ਹੈ। ਕਹੋ ਨਾਨਕ ਕਿਨ ਬਿਧ ਗਤ ਹੋਈ। ਨਾਨਕ ਜੀ ਆਖ, ਇਹ ਸਵਾਲ ਸਾਹਮਣੇ ਰੱਖਣਾ ਚਾਹੀਦਾ ਹੈ। ਕਿਸ ਤਰੀਕੇ ਨਾਲ, ਕਿਨ ਵਿਧ, ਕਿਸ ਤਰੀਕੇ ਨਾਲ ਗਤ ਹੋਈ, ਇਸ ਅਵਸਥਾ ਦੇ ਵਿੱਚੋਂ ਨਿਕਲ ਕੇ ਗੁਰਮੁਖ ਦੀ ਅਵਸਥਾ ਕਿਵੇਂ ਮਿਲੇ। ਕਲਯੁਗੀ ਸੁਭਾਅ ਤੋਂ ਗੁਰਮੁਖੀ ਸੁਭਾਅ ਵਿੱਚ ਕਿਵੇਂ ਪਹੁੰਚਿਆ ਜਾਵੇ। ਅੰਦਰੋਂ ਨਾ ਸਮਝੀ ਤੋਂ ਸਮਝ ਵਾਲੇ ਲੈਵਲ ਤੇ ਕਿਵੇਂ ਪਹੁੰਚਿਆ ਜਾਵੇ। ਮਹੱਲਾ ਤੀਜਾ, ਅਗਲਾ ਸ਼ਲੋਕ ਤੀਸਰੇ ਪਾਤਸ਼ਾਹ ਦਾ ਹੈ। ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਜਿਹੜਾ ਕਲਯੁਗੀ ਸੁਭਾਅ ਹੈ, ਇਸ ਕਲਯੁਗੀ ਸੁਭਾਅ ਦੇ ਵਿੱਚ ਜੇ ਵਾਹਿਗੁਰੂ ਜੀ ਦੇ ਜੋ ਗਿਆਨ ਰੂਪੀ ਨਾਮ ਹੈ, ਰੱਬੀ ਉਪਦੇਸ਼ ਹੈ, ਉਹ ਰੱਬੀ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੇਰੇ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਉਹਨੂੰ ਸ਼ਬਦ ਸਰੂਪ ਵੀ ਕਿਹਾ। ਉਹ ਉਪਦੇਸ਼ ਦੇ ਮੋਤੀ ਨੇ, ਗੁਰ ਗਿਆਨ ਦੇ ਮੋਤੀ ਨੇ। ਉਹਨੂੰ ਸਮਝਣ ਵਾਲਾ, ਸਿੱਖਣ ਵਾਲਾ, ਮੰਨਣ ਵਾਲਾ ਜਦੋਂ ਇਸ ਭਾਵਨਾ ਦੇ ਨਾਲ ਗੁਰ ਉਪਦੇਸ਼ ਨਾਲ ਜੁੜਦਾ ਹੈ, ਗੁਰ ਮਿਲਾਪ ਹੁੰਦਾ ਹੈ, ਤਾਂ ਉਹਦੇ ਅੰਦਰ ਸੋਝੀ ਦਾ ਚਾਨਣ ਹੋ ਜਾਂਦਾ। ਆਖੋ ਵਾਹਿਗੁਰੂ। ਔਰ ਉਹ ਚਾਨਣ ਪ੍ਰਗਟ ਹੈ। ਅੰਦਰ ਸੋਝੀ ਹੋਏਗੀ, ਜੀਵਨ ਦੇ ਹਰ ਪਹਿਲੂ ਵਿੱਚੋਂ
ਝਲਕੇਗੀ। ਇਹ ਚਾਨਣ ਮਨੁੱਖ ਦੀ ਅੰਦਰਲੀ ਦੁਨੀਆ 'ਚ ਹੀ ਪੈਦਾ ਹੋਣਾ ਹੈ, ਭਾਵ ਸੋਝੀ ਪੈਦਾ ਹੋਣੀ ਹੈ। ਉਹਦੇ ਨਾਲ ਉਸ ਨੂੰ ਰੱਬ ਦੇ ਗੁਣ ਗਾਉਣੇ, ਕੀਰਤੀ ਕਰਨੀ, ਵਡਿਆਈ ਕਰਨੀ ਆ ਜਾਏਗੀ। ਆਪਾਂ ਪਿੱਛੇ ਬਹੁਤ ਵਾਰੀ ਵਿਚਾਰਿਆ, ਗੁਣਾਂ ਨੂੰ ਜ਼ਿੰਦਗੀ 'ਚ ਵਰਤਣਾ ਔਰ ਸ਼ੁਕਰਾਨਾ ਕਰਨਾ, ਇਹ ਭਾਵਨਾ ਆ ਜਾਏਗੀ। ਨੰਬਰ 1। ਨੰਬਰ 2, ਗੁਣਾਂ ਨਾਲ ਪਰਉਪਕਾਰ ਕਰਨਾ, ਇਹ ਬਿਰਤੀ, ਲਗਨ, ਜਨੂਨ ਆ ਜਾਏਗਾ। ਫਿਰ ਰੱਬੀ ਮਾਰਗ ਦੀ, ਗੁਰੂ ਦੇ ਮਾਰਗ ਦੀ, ਪਰਉਪਕਾਰੀ ਮਿਸ਼ਨ ਦੀਆਂ ਵਿਚਾਰਾਂ ਕਰਨੀਆਂ, ਸਿੱਖਣ ਦੀ ਭਾਵਨਾ ਨਾਲ ਇਹ ਵਿਚਾਰਾਂ ਕਰਨੀਆਂ ਹੋਰਨਾਂ ਨੂੰ ਵੰਡਣ ਦੇ ਲਈ। ਇਹ ਕੀਰਤੀ, ਇਹਦੇ ਵਿੱਚੋਂ ਅੰਦਰ ਸੋਝੀ ਦਾ ਚਾਨਣ ਆਏਗਾ। ਪਰ ਆਏਗਾ ਕਿਵੇਂ? ਗੁਰਮੁਖ ਕੋਈ ਉਤਰੈ, ਗੁਰਮੁਖ ਕੋਈ ਉਤਰੈ ਪਾਰ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਣ ਦੀ ਭਾਵਨਾ, ਆਤਮ ਸਮਰਪਣ ਭਾਵਨਾ ਬਣ ਜਾਵੇ, ਫੁੱਲੀ ਡੈਡੀਕੇਟਡ ਹੋ ਜਾਵੇ, ਫੁੱਲੀ ਸਰੈਂਡਰ ਹੋ ਜਾਵੇ ਗੁਰੂ ਦੇ ਉਪਦੇਸ਼ ਨੂੰ। ਸਤਿਗੁਰੂ ਜੀ ਕਹਿੰਦੇ ਇਹ ਜੀਵਨ ਵਿਰਲੇ ਨੇ, ਆਖੋ ਵਾਹਿਗੁਰੂ। ਉਹਨਾਂ ਦਾ ਸੁਭਾਅ ਗੁਰਮੁਖ ਹੋ ਜਾਂਦਾ ਤੇ ਗੁਰਮੁਖ ਕੋਈ ਉਤਰੈ ਪਾਰ। ਵਿਰਲੇ ਨੇ ਜਿਹੜੇ ਸਫਲ ਹੁੰਦੇ ਨੇ। ਜਿਸ ਨੂੰ ਨਦਰ ਕਰੇ ਤਿਸ ਦੇਵੈ, ਉਹਨਾਂ ਦੇ ਜੀਵਨ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ। ਰੱਬ ਦੀ ਨਜ਼ਰ ਹੋਣੀ, ਰੱਬ ਦੀ ਮਿਹਰ ਹੋਣੀ, ਰੱਬ ਦੀ ਦਇਆ ਹੋਣੀ, ਰੱਬ ਦੀ ਕਿਰਪਾ ਹੋਣੀ, ਇਹ ਜਿਹੜੇ ਸ਼ਬਦ ਵਰਤੇ ਗਏ ਨਾ, ਇਹਦਾ ਇੱਕੋ ਹੀ ਭਾਵ ਲੈਣਾ, ਰੱਬ ਦੀ ਬਖਸ਼ਿਸ਼ ਹੋਣੀ। ਜਿਨ੍ਹਾਂ ਨੂੰ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ, ਸਮਝ ਲਓ ਰੱਬ ਦੀ ਨਜ਼ਰ ਵਿੱਚ ਉਹ ਸੁਭਾਅ, ਉਹ ਸੋਚ ਆ ਗਈ ਹੈ। ਨਾਨਕ ਗੁਰਮੁਖ ਰਤਨ ਸੋ ਲੇਵੈ। ਇਹ ਨਾਨਕ ਜੀ ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ, ਉਹਨਾਂ ਦਾ ਸੁਭਾਅ ਗੁਰਮੁਖ ਹੁੰਦਾ ਹੈ ਤੇ ਉਹ ਆਪਣੇ ਗੁਰੂ ਤੋਂ ਇਹ ਗਿਆਨ ਰੂਪੀ ਨਾਮ ਦਾ ਰਤਨ ਲੈ ਲੈਂਦੇ ਨੇ। ਆਖੋ ਲੈ ਲੈਂਦੇ ਨੇ, ਅਰਥ ਕੀ ਹੈ? ਆਪਣੇ ਸੁਭਾਅ ਤੇ ਲਾਗੂ ਕਰਦੇ ਨੇ। ਗੁਰੂ ਦੇ ਉਪਦੇਸ਼ ਗਿਆਨ ਰੂਪੀ ਰਤਨ ਹੈ। ਉਹ ਗਿਆਨ ਰੂਪੀ ਰਤਨ ਦੇ ਨਾਲ ਆਪਣੇ ਸੁਭਾਅ ਨੂੰ ਦੇਖਦੇ ਨੇ, ਸੋਚ ਨੂੰ ਪਰਖਦੇ ਨੇ। ਫਿਰ ਸਮਝ ਆਉਣ ਲੱਗ ਜਾਂਦੀ ਹੈ, ਮੇਰੇ ਸੁਭਾਅ ਵਿੱਚ ਆ ਕਮਜ਼ੋਰੀਆਂ ਨੇ, ਮੇਰੀ ਸੋਚ ਵਿੱਚ ਆ ਕਮਜ਼ੋਰੀਆਂ ਨੇ। ਉਹਨੂੰ ਦੂਰ ਕਰਨ ਲਈ ਉਹ ਯਤਨ ਵੀ ਕਰਦੇ ਨੇ, ਅਰਦਾਸਾਂ ਵੀ ਕਰਦੇ ਨੇ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਦਿੰਦੇ ਨੇ, ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਆਉਂਦੀ ਹੈ, ਉਹਨੂੰ ਕਹਿੰਦੇ ਨੇ ਕਿ ਗੁਰਮੁਖ ਬਣ ਕੇ ਇਹ ਵਿਰਲਿਆਂ ਵਿੱਚ ਹੈ, ਇਹਨੇ ਗੁਰੂ ਤੋਂ ਗਿਆਨ ਰੂਪੀ ਨਾਮ ਦਾ ਰਤਨ ਲੈ ਲਿਆ। ਆਖੋ ਪੌੜੀ, ਇਹ 16ਵੀਂ ਪੌੜੀ ਹੈ ਮਾਝ ਰਾਗ ਦੀ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਵਾਲੇ, ਇੱਕ ਦੁਨਿਆਵੀ ਪ੍ਰਾਪਤੀਆਂ ਵਿੱਚ ਖਚਤ ਹੋ ਕੇ ਉਸ ਸਵਾਰਥ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਵਾਲੇ, ਇੱਕ ਨੂੰ ਭਗਤ ਕਿਹਾ, ਇੱਕ ਨੂੰ ਸੰਸਾਰੀ ਕਿਹਾ। ਇੱਕ ਰੱਬ ਦੇ ਪਿਆਰ, ਲਗਨ, ਭਾਵਨਾ, ਜਜ਼ਬੇ, ਇਸ ਤਾਣੇ ਦੇ ਵਿੱਚ ਗੁਰੂ ਦੇ ਮਾਰਗ ਤੇ ਤੁਰਦਾ ਹੈ। ਇੱਕ ਸਵਾਰਥ, ਲੋਭ ਲਾਲਚ, ਦੁਨਿਆਵੀ ਪ੍ਰਾਪਤੀਆਂ ਦੀ ਬੁਣੀ ਹੋਈ ਤਾਣੀ ਦੇ ਵਿੱਚ ਉਲਝ ਕੇ ਜੀਵਨ ਜਿਉਂਦਾ ਹੈ, ਉਹ ਸੰਸਾਰੀ ਹੈ, ਇਹ ਭਗਤ ਹੈ। ਆਪਸ ਵਿੱਚ ਦੋਨਾਂ ਦਾ ਮੇਲ ਨਹੀਂ ਹੈ, ਨਿਭਦੀ ਨਹੀਂ। ਆਖੋ ਵਾਹਿਗੁਰੂ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਨਿਭਦੀ ਨਹੀਂ। ਕਿਉਂਕਿ ਸੰਸਾਰੀ ਯਾਨੀ ਲੋਭੀ, ਸਵਾਰਥੀ, ਉਲਝਣ ਤਾਣੀ ਵਿੱਚ ਫਸਿਆ ਹੋਇਆ, ਆਪਣੇ ਸੁਭਾਅ ਵਿੱਚੋਂ, ਆਪਣੀ ਸੋਚ ਵਿੱਚੋਂ ਦੇਖਦਾ ਹੈ, ਆਪਣੀ ਸੋਚ ਸੁਭਾਅ ਵਿੱਚੋਂ ਸਭ ਕੁਝ ਚਲਾਉਣਾ ਚਾਹੁੰਦਾ ਹੈ। ਪਰਉਪਕਾਰੀ, ਗੁਰੂ ਨੂੰ ਸਮਰਪਿਤ, ਰੱਬ ਨੂੰ ਸਮਰਪਿਤ, ਆਪਣੇ ਸੁਭਾਅ ਅਨੁਸਾਰ, ਆਪਣੀ ਸੋਚ ਅਨੁਸਾਰ ਚੱਲਣਾ ਚਾਹੁੰਦਾ ਹੈ, ਨਿਭਦਾ ਨਹੀਂ। ਦੋਨਾਂ ਦਾ ਤਜਰਬਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇੱਕ ਦੇ ਅੰਦਰ ਜਜ਼ਬਾ ਲਬਾਲਬ ਭਰਿਆ ਪਿਆ ਹੈ, ਉਹਦੇ ਅੰਦਰ ਇਸ ਮਾਰਗ ਤੇ ਤੁਰਨ ਦਾ ਜਨੂਨ ਹੈ, ਇੱਕ ਲਗਨ ਹੈ, ਇੱਕ ਲਿਵ ਹੈ। ਉਹਦੇ ਮੁਕਾਬਲੇ ਤੇ ਦੂਸਰੇ ਦੇ ਕੋਲ ਜਜ਼ਬਾ ਬਹੁਤ ਘੱਟ ਹੈ, ਉਹ ਜਨੂਨ ਨਹੀਂ ਹੈ, ਉਹ ਲਗਨ ਨਹੀਂ ਹੈ ਤੇ ਨਿਭਦੀ ਨਹੀਂ ਹੈ, ਜੋੜ ਕਦੇ ਨਾ ਆਇਆ। ਕਿਉਂ? ਕਿਉਂਕਿ ਰੱਬ ਦਾ ਇੱਕ ਨਿਜ਼ਮ ਹੈ,
ਉਹਦੇ ਅੰਦਰ ਜਿਹੜਾ ਮਨ ਹੈ, ਉਹਦੀ ਭਾਵਨਾ ਹੈ, ਉਹ ਦੁਨਿਆਵੀ ਪ੍ਰਾਪਤੀਆਂ ਨੂੰ ਸਮਰਪਿਤ ਹੈ। ਉਹਦੀ ਭਾਵਨਾ ਆਪਣੇ ਗੁਰੂ ਦੇ ਬਖਸ਼ਿਸ਼ ਨੂੰ ਸਮਰਪਿਤ ਹੈ। ਤਾਂ ਫਿਰ ਰੱਬ ਦਾ ਨਿਜ਼ਮ ਉਹਦੇ ਤੇ ਉਹਨੂੰ ਹੋਰ ਧਾਰਾ ਵਿੱਚ ਤੋਰੇਗਾ, ਇਹਨੂੰ ਉਸ ਧਾਰਾ ਵਿੱਚ ਤੋਰੇਗਾ। ਨਿਜ਼ਮ ਨੇ ਆਪਣੇ ਆਪ ਚਲਾ ਦੇਣੀ ਖੇਡ। ਕਰਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੈ ਦਾ ਭੁਲਾਇਆ। ਵਾਹਿਗੁਰੂ ਜੀ ਭੁੱਲਣ ਵਿੱਚ ਨਹੀਂ ਹੈ, ਅਭੁੱਲ ਨੇ। ਨਾ ਉਹ ਕਿਸੇ ਦੇ ਭੁਲਾਇਆ ਭੁੱਲ ਸਕਦੇ ਨੇ। ਕੋਈ ਤੁਰੇ ਤੇ ਸੈਲਫਿਸ਼ ਮਾਰਗ ਤੇ ਦੁਨਿਆਵੀ ਪ੍ਰਾਪਤੀਆਂ ਨੂੰ ਸਮਰਪਿਤ ਹੋ ਕੇ ਚਾਹੁੰਦਾ ਹੋਵੇ ਕਿ ਮੈਨੂੰ ਇੱਧਰ ਦਾ ਜਜ਼ਬਾ ਮਿਲ ਜਾਏਗਾ, ਇੱਧਰ ਦੀ ਬਖਸ਼ਿਸ਼ ਮਿਲ ਜਾਏਗੀ, ਮੈਂ ਵੀ ਇਹ ਕਰ ਲਵਾਂਗਾ, ਨਹੀਂ ਹੋ ਸਕੇਗਾ। ਕਿਉਂਕਿ ਉਸ ਨਿਜ਼ਮ ਤੇ ਇਹ ਚੀਜ਼ ਲਾਗੂ ਨਹੀਂ ਹੋਏਗੀ। ਇਹ ਲਾਗੂ ਹੋਣ ਵਾਸਤੇ ਤਾਂ ਤੇਰੇ ਅੰਦਰ ਉਹ ਜਜ਼ਬਾ, ਸਮਰਪਿਤ ਭਾਵਨਾ ਹੋਣੀ ਚਾਹੀਦੀ ਹੈ, ਡੈਡੀਕੇਟਡ ਹੋਣਾ ਚਾਹੀਦਾ ਹੈ, ਲਈ ਸਮਰਪਿਤ ਹੋਣਾ ਚਾਹੀਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਨਿਜ਼ਮ ਬਣਾਇਆ, ਉਹਦੇ ਨਿਜ਼ਮ ਵਿੱਚ ਕੋਈ ਕੁਤਾਹੀ ਨਹੀਂ, ਕੋਈ ਭੁੱਲ ਨਹੀਂ। ਉਹਦੇ ਨਿਜ਼ਮ ਵਿੱਚ ਇਹ ਦੋਨੋਂ ਚੀਜ਼ਾਂ ਚੱਲ ਰਹੀਆਂ ਨੇ। ਇੱਕ ਲਿਵ ਦੇ ਰਸਤੇ ਤੇ ਤੁਰਦਾ, ਇੱਕ ਧਾਤ ਦੇ ਰਸਤੇ ਤੇ ਤੁਰਦਾ। ਪਿੱਛੇ ਆਪਾਂ ਵਿਚਾਰਿਆ ਸੀ, ਲਿਵ ਧਾਤ ਦੋਏ ਰਾਹ ਹੈ। ਇੱਕ ਦੁਨਿਆਵੀ ਪ੍ਰਾਪਤੀਆਂ ਨੂੰ ਹੀ ਸਭ ਕੁਝ ਮੰਨੀ ਬੈਠਾ ਹੈ, ਇੱਕ ਗੁਰੂ ਦੀਆਂ ਪ੍ਰਾਪਤੀਆਂ ਨੂੰ ਸਭ ਕੁਝ ਮੰਨੀ ਬੈਠਾ ਹੈ। ਦੋਨਾਂ ਦਾ ਮੇਲ ਨਹੀਂ ਮਿਲੇਗਾ। ਭਗਤ ਆਪੇ ਮੇਲਿਆਨ ਜਿਨੀ ਸੱਚੋ ਸੱਚ ਕਮਾਇਆ। ਕਿਉਂਕਿ ਉਹਨਾਂ ਨੇ ਅੰਦਰ ਵਿਚਾਰਾਂ ਦੀ, ਸੋਚਾਂ ਦੀ ਜੋ ਕਮਾਈ ਹੈ, ਉਹ ਸੱਚ ਦੀ ਕਮਾਈ ਹੈ। ਗੁਰੂ ਦੇ ਵਿਚਾਰਾਂ ਤੋਂ ਉਹਨਾਂ ਨੇ ਵਿਚਾਰ ਲਏ ਨੇ। ਗੁਰਬਾਣੀ ਨੂੰ ਵਿਚਾਰ ਕੇ ਗਿਆਨ ਰੂਪੀ ਨਾਮ ਤੋਂ ਉਹਨਾਂ ਨੇ ਆਪਣੇ ਅੰਦਰ ਵਿਚਾਰ ਪੈਦਾ ਕੀਤੇ ਨੇ। ਉਹਨਾਂ ਨੇ ਗੁਰੂ ਦੀ ਸੋਚ ਨੂੰ ਗੁਰਬਾਣੀ ਵਿੱਚੋਂ, ਗੁਰ ਇਤਿਹਾਸ ਵਿੱਚੋਂ ਦੇਖਿਆ ਤੇ ਗੁਰੂ ਵਿਰਸੇ ਦੇ ਵਿੱਚੋਂ ਉਹਨਾਂ ਨੇ ਗੁਰੂ ਦੀ ਸੋਚ ਲਈ ਹੈ ਤੇ ਵਾਹਿਗੁਰੂ ਜੀ ਨੇ ਉਹਨੂੰ ਭਗਤ ਦੇ ਮਾਰਗ ਤੇ ਤੋਰ ਦਿੱਤਾ ਹੈ, ਮੇਲ ਲਿਆ ਆਪਣੇ ਨਾਲ, ਕਿਉਂਕਿ ਅੰਦਰ ਇਹ ਸੱਚ ਦੀ ਕਮਾਈ ਹੈ। ਦੂਸਰੇ ਨੇ ਗੁਰੂ ਦੇ ਵਿਰਸੇ ਨੂੰ ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਖੋਜਿਆ ਹੀ ਨਹੀਂ, ਸਮਝਿਆ ਹੀ ਨਹੀਂ, ਸਿੱਖਿਆ ਨਹੀਂ ਉਹਦੇ ਚੋਂ। ਗੁਰਬਾਣੀ ਦੇ ਵਿਰਸੇ ਨੂੰ, ਗਿਆਨ ਰੂਪੀ ਨਾਮ ਨੂੰ ਸਿੱਖਣ ਵਾਸਤੇ, ਪ੍ਰਾਪਤ ਕਰਨ ਵਾਸਤੇ, ਇਹ ਗਿਆਨ ਰਤਨ ਨੂੰ ਉਹਨੇ ਨਾ ਅਰਥ ਸਿੱਖਣ ਦੇ ਯਤਨ ਕੀਤੇ, ਨਾ ਉਹਨੇ ਗ੍ਰਾਮੈਟੀਕਲ ਫਾਰਮਸ ਨੂੰ ਸਮਝਣ ਦੇ ਯਤਨ ਕੀਤੇ, ਨਾ ਉਹਨੇ ਗੁਰੂ ਪਾਤਸ਼ਾਹ ਦੀ ਗੱਲ ਕਹਿਣ ਦਾ ਅੰਦਾਜ਼ ਕੀ ਹੈ, ਕਿੱਦਾਂ ਕਹਾਵਤਾਂ ਵਰਤੀਆਂ ਜਾਂਦੀਆਂ ਨੇ, ਕਿੱਦਾਂ ਮੈਥੋਲੋਜੀ ਵੀ ਵਰਤੀ ਗਈ ਹੈ, ਕਿੱਦਾਂ ਸਾਈਕੋਲੋਜੀ ਵੀ ਵਰਤੀ ਗਈ ਹੈ, ਉਹਨੇ ਸਿੱਖਣ ਦਾ ਯਤਨ ਹੀ ਨਹੀਂ ਕੀਤਾ। ਇਹਦਾ ਮਤਲਬ ਅੰਦਰਲੀ ਕਮਾਈ ਨਹੀਂ ਕੀਤੀ ਇਸ ਪਾਸੇ। ਜਿਹਨੇ ਕੀਤੀ, ਜਿਹਨੇ ਸੱਚੋ ਸੱਚ ਕਮਾਇਆ, ਵਾਹਿਗੁਰੂ ਜੀ ਉਹਨਾਂ ਨੂੰ ਭਗਤ ਬਣਾ ਕੇ ਆਪਣੇ ਆਪ ਮੇਲ ਲੈਂਦੇ ਨੇ। ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖ ਖਾਇਆ। ਸੰਸਾਰੀ ਨੇ ਝੂਠ ਬੋਲ ਬੋਲ ਕੇ ਲੋਭ ਲਾਲਚ ਦੀ, ਸਵਾਰਥ ਦੀ, ਨਿੰਦਾ ਦੇ ਰਸ ਦੀ, ਹੰਕਾਰ ਦੀ ਖੁਰਾਕ ਖਾਧੀ ਹੁੰਦੀ ਹੈ ਅੰਦਰ। ਆਖੋ ਵਾਹਿਗੁਰੂ। ਤੇ ਰੱਬ ਦੇ ਨਿਜ਼ਮ ਨੇ ਉਹਨਾਂ ਨੂੰ ਖੁਆਇਆ, ਭਟਕਣਾ ਵਿੱਚ ਪਾ ਦਿੱਤਾ ਹੁੰਦਾ ਹੈ। ਇਸ ਮਾਰਗ ਤੋਂ ਖੁੰਝ ਗਏ ਹੁੰਦੇ ਨੇ। ਨਿਜ਼ਮ ਨੇ ਖੁੰਝਾ ਦਿੱਤਾ ਇਸ ਮਾਰਗ ਤੋਂ, ਕਿਉਂਕਿ ਅੰਦਰ ਕੱਚਾਪਣ ਹੈ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ ਵਧਾਇਆ। ਇਸ ਮਾਰਗ ਤੇ ਚੱਲਣ ਦੀ ਉਹਨਾਂ ਕੋਲ ਸੋਝੀ ਨਹੀਂ, ਸਾਰ, ਸੋਝੀ, ਸਮਝ। ਉਹਨਾਂ ਨੇ ਜਾਣਿਆ ਨਹੀਂ, ਬੁੱਝਿਆ ਨਹੀਂ, ਗੁਰੂ ਤੋਂ ਸਿੱਖਿਆ ਨਹੀਂ। ਕਾਮ ਕ੍ਰੋਧ ਆਦਿਕ ਦੀ ਜ਼ਹਿਰ, ਵਿਕਾਰਾਂ ਦੇ ਰਸਾਂ ਦੀ ਜ਼ਹਿਰ ਆਪਣੇ ਅੰਦਰ ਵਧਾਉਂਦੇ ਗਏ। ਵਧਾ ਲਈ ਹੈ। ਭਗਤ ਕਰਨ ਹਰ ਚਾਕਰੀ, ਜਿਨੀ ਅਨਦਿਨ ਨਾਮ ਧਿਆਇਆ। ਭਗਤ ਜੀਵਨ ਉਹ ਹੈ ਜਿਹੜੇ ਰੱਬ ਦੀ, ਗੁਰੂ ਦੀ ਚਾਕਰੀ ਕਰਦੇ ਨੇ, ਗੁਰੂ ਦੇ ਲਈ, ਰੱਬ ਦੇ ਮਾਰਗ ਦੇ ਕਾਰਜ ਕਰਦੇ ਨੇ। ਆਖੋ ਹਰ ਗੁਰਸਿੱਖ ਨੂੰ ਕੌਮ ਦੇ ਭਲੇ ਲਈ ਪਰਉਪਕਾਰ ਦੇ ਕਾਰਜ ਕਰਨੇ ਚਾਹੀਦੇ ਨੇ। ਇਹ ਚਾਕਰੀ ਹੈ। ਗੁਰੂ ਦਾ ਹੁਕਮ ਮੰਨਣਾ ਵੀ ਚਾਕਰੀ ਹੈ। ਉਹ ਗੁਰੂ ਦਾ ਉਪਦੇਸ਼ ਮੰਨਦੇ ਨੇ। ਅਨੰਦ ਨਾਮ ਤੇ ਆਇਆ, ਅਨ ਦਿਨ, ਦਿਨ ਰਾਤ, ਹਰ ਵੇਲੇ ਉਹ ਹਰ ਫੈਸਲਾ ਤੇ ਇਸ ਨੂੰ ਧਿਆਨ ਵਿੱਚ ਰੱਖ ਕੇ ਲੈਂਦੇ ਨੇ ਕਿ ਗੁਰੂ ਦਾ ਗਿਆਨ ਰੂਪੀ ਨਾਮ ਕੀ ਕਹਿ ਰਿਹਾ, ਉਪਦੇਸ਼ ਕੀ ਕਹਿ ਰਿਹਾ ਮੈਨੂੰ। ਉਸ ਉਪਦੇਸ਼ ਵੱਲ ਨੂੰ ਧਿਆਨ ਰੱਖ ਕੇ ਉਹ ਜ਼ਿੰਦਗੀ ਜਿਉਂਦੇ ਨੇ। ਦਾਸਨ ਦਾਸ ਹੋਏ ਕਹਿ, ਜਿਨੀ ਵਿੱਚੋਂ ਆਪ ਗਵਾਇਆ। ਉਹ ਦਾਸਾਂ ਦੇ ਦਾਸ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਨਿਮਰਤਾ ਵਿੱਚ।
ਸਭ ਕੁਝ ਪ੍ਰਾਪਤੀਆਂ ਕਰਕੇ ਵੀ ਆਪਣੇ ਆਪ ਨੂੰ ਨਿਮਾਣੇ ਹੋ ਕੇ ਵਿਚਰਦੇ ਨੇ। ਉਹਨਾਂ ਨੇ ਆਪਣੇ ਅੰਦਰੋਂ ਸੁਭਾਅ ਦਾ, ਸੋਚ ਦਾ ਉਹ ਹਿੱਸਾ ਗਵਾ ਲਿਆ, ਕੱਢ ਦਿੱਤਾ ਜੋ ਗੁਰੂ ਨੂੰ ਚੰਗਾ ਨਹੀਂ ਸੀ ਲੱਗਦਾ। ਮਨਮੁਖੀ ਸੁਭਾਅ ਤੇ ਮਨਮਤ ਵਾਲੀ ਸੋਚ ਆਪਣੇ ਅੰਦਰੋਂ ਮੇਟ ਕੇ ਉਹ ਨਿਮਰਤਾ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ। ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸਚੈ ਸ਼ਬਦ ਸਹਾਇਆ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਜਿਹੜੇ ਉਪਦੇਸ਼ ਨੇ, ਉਹਨਾਂ ਨੇ ਉਹਨਾਂ ਦੀ ਸੋਚ ਤੇ ਸੁਭਾਅ ਨੂੰ ਉਜਲਾ ਬਣਾ ਦਿੱਤਾ ਹੈ, ਸੋਹਣਾ ਬਣਾ ਦਿੱਤਾ ਹੈ। ਜਦੋਂ ਸੋਹਣਾ ਬਣਾ ਦਿੱਤਾ ਹੈ ਤੇ ਉਹਨਾਂ ਦੇ ਮੁਖ ਉਜਲੇ ਰੱਬ ਦੇ ਦਰ ਤੇ ਬਣਦੇ ਨੇ, ਭਾਵ ਉਹਨਾਂ ਨੂੰ ਬਖਸ਼ਿਸ਼ ਮਿਲਦੀ ਹੈ। ਉਹ ਰੱਬ ਦੇ ਨਿਯਮ ਅਨੁਸਾਰ, ਗੁਰੂ ਦੇ ਉਪਦੇਸ਼ਾਂ ਅਨੁਸਾਰ ਕਮਾਲ ਦੇ ਜੀਵਨ ਹੁੰਦੇ ਨੇ। ਸ਼ਲੋਕ ਮਹੱਲਾ ਪਹਿਲਾ, ਅਗਲੀ 17ਵੀਂ ਪੌੜੀ ਮਾਝ ਰਾਗ ਦੀ। ਇਹਦੇ ਨਾਲ ਦੋ ਸ਼ਲੋਕ ਨੇ। ਪਹਿਲਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ। ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ, ਸਬਾਹੀ ਸਵੇਰ ਦਾ ਸਮਾਂ। ਇਹਨੂੰ ਥੋੜਾ ਜਿਹਾ ਨੁਕਤਾ ਸਮਝਿਓ। ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਉਹ ਸੌਂ ਕੇ ਉੱਠਦਾ ਹੈ। ਸਵੇਰ ਦੀ ਸ਼ੁਰੂਆਤ, ਸਵੇਰ ਦੀ ਸ਼ੁਰੂਆਤ ਤੇ ਆਮ ਦੁਨਿਆਵੀ ਮਨੁੱਖ ਆਪਣੇ ਅੰਦਰ ਸੋਚਦਾ ਹੈ, ਅੱਜ ਟਰੱਕ ਫਲਾਣੇ ਥਾਂ ਲੈ ਕੇ ਜਾਣਾ ਹੈ, ਅੱਜ ਟੈਕਸੀ ਤੇ ਇੱਦਾਂ ਜੌਬ ਕਰਨੀ ਹੈ, ਜੌਬ ਤੇ ਆਹ ਕਰਨਾ ਹੈ, ਬਿਜ਼ਨਸ ਤੇ ਆਹ ਕਰਨਾ ਹੈ। ਦੁਨਿਆਵੀ ਪ੍ਰਾਪਤੀਆਂ ਲਈ ਉਹਦੇ ਅੰਦਰ ਖਿਆਲ ਚੱਲਦੇ ਨੇ। ਉਹਨਾਂ ਖਿਆਲਾਂ ਵਿੱਚ, ਉਹਨਾਂ ਸੋਚਾਂ ਵਿੱਚ ਉਹ ਤਿਆਰ ਹੁੰਦਾ ਹੈ, ਇਸ਼ਨਾਨ ਕਰਦਾ ਹੈ, ਤਿਆਰ ਹੁੰਦਾ ਹੈ, ਬ੍ਰੇਕਫਾਸਟ ਕਰਦਾ ਹੈ, ਫਿਰ ਤੁਰਦਾ ਹੈ। ਇਹ ਕੀ ਹੈ? ਇਹ ਉਹਦੀ ਮੈਂਟਲੀ ਪ੍ਰਿਪੇਰੇਸ਼ਨ ਹੈ, ਉਹਦੀ ਮੈਂਟਲੀ ਐਕਸਰਸਾਈਜ਼ ਹੈ ਜੋ ਅੱਜ ਦਿਨ ਵਿੱਚ ਕਰਨਾ ਹੈ। ਇਹ ਉਹਦੀ ਸਾਈਕੋਲੋਜੀਕਲੀ ਪ੍ਰਿਪਰੇਸ਼ਨ ਹੈ। ਉਹਦਾ ਧਿਆਨ, ਉਹਦੀ ਭਾਵਨਾ, ਉਹਦੇ ਜਜ਼ਬੇ, ਉਹਦੀ ਲਗਨ ਜਿਸ ਪਾਸੇ ਨੂੰ ਸਮਰਪਿਤ ਹੈ, ਉਸ ਦੀ ਉਹ ਅਭਿਆਸ ਕਰਦਾ ਹੈ, ਪ੍ਰੈਕਟਿਸ ਕਰਦਾ ਹੈ, ਤਿਆਰੀ ਕਰਦਾ ਆਪਣੇ ਅੰਦਰ। ਫਿਰ ਉਹ ਤੁਰਦਾ ਹੈ, ਪਹੁੰਚਦਾ ਹੈ, ਸਾਰਾ ਦਿਨ ਉਹਦੇ ਵਿੱਚ ਲੱਗਦਾ। ਗੁਰੂ ਕਾ ਗੁਰਮੁਖ ਤਿਆਰੀ ਵੱਖਰੀ ਕਰਦਾ ਹੈ, ਇਸ਼ਨਾਨ ਕਰਦਾ ਹੈ, ਗੁਰੂ ਦੇ ਗਿਆਨ ਰੂਪੀ ਨਾਮ ਉਪਦੇਸ਼ ਨੂੰ ਆਪਣੇ ਜ਼ਿਹਨ ਵਿੱਚ ਲੈ ਕੇ ਆਉਂਦਾ ਹੈ। ਜ਼ਿੰਦਗੀ ਜਿਉਣੀ ਹੈ, ਸੰਸਾਰ ਵਿੱਚ ਚੰਗੇ ਮੰਦੇ ਹਰ ਤਰ੍ਹਾਂ ਦੇ ਲੋਕ ਮਿਲਣਗੇ। ਕਿਸੇ ਦੇ ਬੋਲਾਂ ਵਿੱਚ ਘਾਟ ਹੋਏਗੀ, ਉਹ ਬੋਲ ਪਿੰਚ ਕਰ ਜਾਣਗੇ, ਟੁੱਟ ਮਾਰ ਜਾਣਗੇ। ਕਿਸੇ ਦੇ ਕਰਮਾਂ ਵਿੱਚ ਘਾਟ ਹੋਏਗੀ, ਉਹਨੂੰ ਦੇਖ ਕੇ ਮਨ ਵਿਚਲਿਤ ਹੋ ਸਕਦਾ ਹੈ। ਕਿਸੇ ਦੀ ਕਮਜ਼ੋਰੀ ਦੇਖ ਕੇ ਉਹ ਕਮਜ਼ੋਰੀ ਯਾਦ ਸ਼ਕਤੀ ਵਿੱਚ ਬੈਠ ਜਾਏਗੀ, ਐਵੇਂ ਉਹਦੇ ਬਾਰੇ ਖਿਆਲ ਉੱਠੀ ਜਾਣਗੇ, ਨਿੰਦਾ ਹੋ ਜਾਏਗੀ। ਨਿੰਦਾ ਭਲੀ ਕਿਸੇ ਕੇ ਨਾਹੀ, ਮਨਮੁਖ ਮੁਗਧ ਕਰਾਨ। ਗੁਰੂ ਦੇ ਉਪਦੇਸ਼ ਨੂੰ ਆਪਣੇ ਜ਼ਿਹਨ ਵਿੱਚ ਸਮਾਉਂਦਾ ਹੈ। ਉਹ ਨਿੱਤ ਉੱਠ ਕੇ ਗੁਰੂ ਦੇ ਬਚਨਾਂ ਨੂੰ ਆਪਣੇ ਜ਼ਿਹਨ ਵਿੱਚ ਸਮਾਉਂਦਾ ਹੈ। ਸਾਂਝ ਕਰੀ ਜਾਏ ਗੁਨਾਹ ਕੇਰੀ, ਛੋੜ ਅਵਗਣ ਚੱਲੀ ਹੈ। ਗੁਣਾਂ ਨੂੰ ਫੋਕਸ ਕਰਨਾ ਹੈ। ਇਹਨੂੰ ਆਪਾਂ ਕਹਿੰਦੇ ਬਾਣੀ ਪੜ੍ਹਨੀ। ਸਿੱਖਦਾ ਆਪਣੇ ਗੁਰੂ ਦੇ ਬਚਨਾਂ ਤੋਂ, ਆਪਣੇ ਜ਼ਿਹਨ ਵਿੱਚ ਗੁਰੂ ਦੇ ਤਰੋ ਤਾਜ਼ਾ ਖਿਆਲ ਲੈ ਕੇ ਆਉਂਦਾ ਹੈ। ਗੁਰੂ ਸਾਹਿਬ ਜੀ ਦੀ ਬਾਕਮਾਲ ਸੋਚ ਆਪਣੇ ਜ਼ਿਹਨ ਵਿੱਚ ਲੈ ਕੇ ਆਉਂਦਾ ਹੈ। ਇਹਨੂੰ ਗਿਆਨ ਰੂਪੀ ਨਾਮ ਦਾ ਅਭਿਆਸ ਕਹਿੰਦੇ ਨੇ। ਫਿਰ ਉਹ ਆਪਣੇ ਜ਼ਿਹਨ ਵਿੱਚ ਲੈ ਕੇ ਆਉਂਦਾ ਹੈ, ਸਭ ਰੱਬ ਦੀਆਂ ਦਾਤਾਂ ਨੇ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਵਿੱਚ ਅੱਜ ਸਾਰਾ ਦਿਨ ਜੀਵਨ ਬਤੀਤ ਕਰਨਾ ਹੈ। ਵਾਹਿਗੁਰੂ ਜੀ ਦੇ ਭੈ ਭਾਵਨੀ ਵਿੱਚ ਫੈਸਲੇ ਲੈਣੇ ਨੇ। ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੀਵਨ ਜਿਉਣਾ ਹੈ। ਮਿਲੇ ਨਾ ਮਿਲੇ, ਇੱਛਾ ਪੂਰੀ ਹੋਵੇ ਨਾ ਹੋਵੇ, ਸ਼ੁਕਰਾਨਾ ਨਹੀਂ ਛੱਡਣਾ। ਇਹਦੇ ਲਈ ਜੋ ਅਭਿਆਸ ਹੈ, ਉਹਨੂੰ ਨਾਮ ਅਭਿਆਸ ਵੀ ਕਹਿੰਦੇ ਨੇ, ਉਹਨੂੰ ਸਿਮਰਨ ਅਭਿਆਸ ਵੀ ਕਹਿੰਦੇ ਨੇ। ਕੌਣ ਕਿਵੇਂ ਕਰਦਾ ਹੈ? ਜਿੱਦਾਂ ਕੋਈ ਕਰਦਾ ਉਹਨੂੰ ਮੁਬਾਰਕ ਹੈ, ਕੋਈ ਕਿੱਦਾਂ ਵੀ ਕਰਦਾ। ਇਹ ਬੰਦੇ ਦਾ ਪਰਸਨਲ ਲੋਕਰ ਹੈ, ਇਹਦੇ ਤੇ ਡਿਸਕਸ਼ਨ ਹੋਣੀ ਨਹੀਂ ਚਾਹੀਦੀ। ਅਭਿਆਸ ਜਿਵੇਂ ਮਰਜ਼ੀ ਕਰ ਲਵੇ, ਦਿਨ ਵੇਲੇ ਜਿਉਂ ਗਿਆ ਤਾਂ ਸਫਲ ਹੈ, ਨਹੀਂ ਜਿਉਇਆ ਤਾਂ ਫੇਲ ਹੈ। ਫਿਰ ਦੁਨਿਆਵੀ ਉਦਾਹਰਨ ਸਮਝਣੀ। ਦੋ ਬਿਜ਼ਨਸਮੈਨ ਸਵੇਰੇ ਉੱਠਦੇ ਨੇ, ਦੋਨੋਂ ਹੀ ਭਰਾ ਨੇ। ਦੋਨੋਂ ਆਪਣੇ ਮਨ 'ਚ ਤਿਆਰੀ ਕਰਦੇ ਨੇ ਬਿਜ਼ਨਸ ਦੀ। ਉੱਠਦੇ ਹੀ
ਤਿਆਰ ਹੁੰਦੇ ਨੇ, ਖਾਣਾ ਖਾਂਦੇ ਆ, ਉਹੀ ਤਿਆਰੀ ਚੱਲ ਰਹੀ ਹੈ। ਇੱਕ ਜਾ ਕੇ ਜਦੋਂ ਬਿਜ਼ਨਸ ਚਲਾਉਂਦਾ ਹੈ, ਬਾਕਮਾਲ ਚਲਾਉਂਦਾ ਹੈ, ਦੂਜਾ ਫੇਲ ਹੋ ਜਾਂਦਾ ਹੈ। ਤਿਆਰੀ ਕਿਸੇ ਮਾਇਨੇ ਨਹੀਂ ਰੱਖਦੀ, ਅਗਰ ਉਹ ਫੇਲ ਹੋ ਗਿਆ। ਉਹ ਕਵੇ ਵੀ ਮੈਂ ਤਾਂ ਸਵੇਰੇ 2 ਘੰਟੇ ਪੂਰੀ ਅੰਦਰ ਤਿਆਰੀ ਕੀਤੀ ਸੀ, ਅੱਜ ਬਿਜ਼ਨਸ ਕਿਵੇਂ ਚਲਾਉਣਾ ਹੈ। ਤੂੰ 1 ਘੰਟਾ ਹੀ ਤਿਆਰੀ ਕੀਤੀ ਸੀ, ਮੈਂ ਤੇਰੇ ਨਾਲੋਂ ਵੱਡਾ, ਮੈਂ ਤੇਰੇ ਨਾਲੋਂ ਚੰਗਾ, ਮੈਂ ਤੇਰੇ ਨਾਲੋਂ ਉੱਚਾ। ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਉਹਨੇ 1 ਘੰਟਾ ਤਿਆਰੀ ਕੀਤੀ ਹੈ, ਤੂੰ 2 ਘੰਟੇ ਤਿਆਰੀ ਕੀਤੀ ਹੈ। ਮਾਇਨੇ ਇਸ ਲਈ ਰੱਖੇਗਾ, ਮਾਇਨੇ ਕੀ ਰੱਖਦਾ ਹੈ ਕਿ ਤੂੰ ਤਿਆਰੀ ਕਿਸ ਲਈ ਕੀਤੀ ਸੀ? ਉਸ ਬਿਜ਼ਨਸ ਲਈ। ਜੋ ਅਭਿਆਸ ਹੈ ਪਿਆਰਾ ਤੇਰਾ, ਉਹ ਕਿਸ ਲਈ ਹੈ? ਜੋ ਜ਼ਿੰਦਗੀ ਜਿਉਣੀ ਹੈ ਉਸ ਲਈ ਹੈ। ਜੇ ਜ਼ਿੰਦਗੀ ਜਿਉਂਦਿਆਂ ਨਫ਼ਰਤ ਦੀ ਮੈਲ ਚੁੱਕ ਲਈ, ਜ਼ਿੰਦਗੀ ਜਿਉਂਦਿਆਂ ਨਿੰਦਾ ਦੇ ਰਸ ਦੀ ਮੈਲ ਚੁੱਕ ਲਈ, ਜ਼ਿੰਦਗੀ ਜਿਉਂਦਿਆਂ ਸਵਾਰਥੀ ਲੋਭੀ ਹੋ ਕੇ ਇਹ ਰਸ ਵਧਾਉਂਦਾ ਤੁਰਿਆ ਗਿਆ, ਜ਼ਿੰਦਗੀ ਜਿਉਂਦਿਆਂ ਹੰਕਾਰ ਦਾ ਰਸ ਚੁੱਕ ਲਿਆ, ਤਾਂ ਤੇਰੀ ਸਵੇਰ ਵਾਲੀ ਤਿਆਰੀ ਤੈਨੂੰ ਕਰਨੀ ਨਹੀਂ ਆਈ, ਤੂੰ ਗੁਰੂ ਤੋਂ ਨਹੀਂ ਸਿੱਖਿਆ ਖੁਆਈ। ਸਭ ਆਹੀ ਸਲਾਹ ਜਿਹੜੇ ਸਵੇਰੇ ਉੱਠ ਕੇ ਰੱਬ ਦੀ ਸਿਫਤ ਸਲਾਹ ਗਾ, ਗੁਰੂ ਦੇ ਬਚਨ, ਗੁਰੂ ਦੇ ਉਪਦੇਸ਼, ਗੁਰੂ ਦਾ ਨਜ਼ਰੀਆ, ਗੁਰਮਤਿ ਵਾਲੀ ਸੋਚ ਆਪਣੇ ਜ਼ਿਹਨ ਵਿੱਚ ਰੱਖਦੇ ਨੇ, ਜਿਨੀ ਧਿਆਇਆ। ਕਿੱਦਾਂ? ਇਹ ਹਰ ਇੱਕ ਦਾ ਆਪਣਾ ਆਪਣਾ। ਮੈਂ ਫਿਰ ਬੇਨਤੀ ਕਰਾਂ, ਇਹ ਲੋਕਰ ਹੈ। ਬਿਜ਼ਨਸ ਦੀ ਗੱਲ ਹੋ ਸਕਦੀ ਹੁੰਦੀ ਹੈ, ਬਿਜ਼ਨਸ ਚਲਾਉਣ ਦੀ ਗੱਲ ਹੋ ਸਕਦੀ ਹੁੰਦੀ ਹੈ। ਇਹ ਨਹੀਂ ਕੋਈ ਗੱਲ ਕਰਦਾ ਹੁੰਦਾ ਕਿ ਤੇਰੇ ਕੋਲੇ ਬੈਂਕ ਬੈਲੈਂਸ ਕਿੰਨਾ ਪਿਆ। ਉਹ ਕਹਿੰਦਾ ਮੇਰਾ ਆਪਣਾ, ਮੈਂ ਤੈਨੂੰ ਕਿਉਂ ਭੇਜ ਦੇਵਾਂ। ਇਹ ਨਹੀਂ ਗੱਲ ਹੁੰਦੀ ਕਿ ਤੇਰੇ ਲੋਕਰ ਵਿੱਚ ਸੋਨਾ ਕਿੰਨਾ ਪਿਆ, ਹੀਰੇ ਕਿੰਨੇ ਪਏ ਨੇ। ਜੇ ਡਿਸਕਸ਼ਨ ਦਾ ਵਿਸ਼ਾ ਹੁੰਦਾ ਤਾਂ ਲੋਕਰ 'ਚ ਕਿਉਂ ਰੱਖਿਆ ਜਾਂਦਾ। ਜਿਹੜੀ ਗੱਲ ਹਿਰਦੇ ਦੀ ਹੈ ਪਿਆਰਿਆ, ਹਿਰਦੇ ਦੀ ਭਾਵਨਾ, ਇਹ ਲੋਕਰ ਹੈ, ਡਿਸਕਸ਼ਨ ਦੇ ਵਿਸ਼ੇ ਨਹੀਂ। ਉਹ ਸਵੇਰੇ ਸਭਾ ਹੀ, ਸਵੇਰੇ ਉੱਠਦਿਆਂ ਹੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਰੱਬ ਦੀ ਸਿਫਤ ਸਲਾਗਾ ਤੋਂ। ਇੱਕ ਮਨ ਇਕਾਗਰਤਾ ਵਿੱਚ, ਚੇਤਨਾ ਦੇ ਵਿੱਚ ਇਸ ਨੂੰ ਜਿਉਣਾ ਹੈ। ਤੇਈ ਪੂਰੇ ਸ਼ਾਹ ਵਕਤ ਹੈ ਉੱਪਰ ਲੜ ਮੂਏ। ਉਹ ਫਿਰ ਸਮੇਂ ਦੇ ਉੱਪਰ ਆਪਣੇ ਮਨ ਨਾਲ ਲੜਦੇ ਨੇ, ਜੂਝਦੇ ਨੇ। ਜਿਸ ਤਰ੍ਹਾਂ ਦਾ ਸਮਾਂ ਹੁੰਦਾ ਹੈ, ਜੂਝਦੇ ਨੇ, ਜਿੱਤਦੇ ਨੇ। ਉਹ ਸ਼ਾਹ ਨੇ, ਉਹ ਗੁਰੂ ਤੋਂ ਖੱਟੀ ਖੱਟ ਲੈਂਦੇ ਨੇ। ਆਖੋ ਪਤਾ ਜੀ ਕਿਉਂ? ਕਿਉਂਕਿ ਸਵੇਰ ਵੇਲੇ ਤਾਂ ਤੂੰ ਤਿਆਰੀ ਕਰ ਲਈ, ਧਰਮ ਦਾ ਅਭਿਆਸ ਕਰ ਲਿਆ। ਜਦੋਂ ਜ਼ਿੰਦਗੀ ਸ਼ੁਰੂ ਹੋਣੀ ਹੈ, ਦੂਜਾ ਬਹੁ ਤੇਰਾ ਮਨ ਕੀਆਂ ਮੱਤੀ ਖਿੰਡੀਆਂ। ਅੱਜ ਜਦੋਂ ਦੂਜਾ ਤੇਰਾ ਪੜਾਅ ਜ਼ਿੰਦਗੀ ਦਾ ਸ਼ੁਰੂ ਹੁੰਦਾ ਨਾ, ਰੋਜ਼ਾਨਾ ਮਨ ਤੇ ਮਤ ਦੋਨਾਂ ਦੇ ਅੰਦਰ ਬਹੁਤ ਖਿੰਡਾਅ ਪੈਦਾ ਹੁੰਦਾ ਹੈ। ਉਹਦੇ ਬਾਰੇ ਵਿਚਾਰ, ਉਹਦੇ ਬਾਰੇ ਵਿਚਾਰ, ਆਹ ਵੀ ਸੋਚਣਾ ਹੈ, ਉਹ ਵੀ ਸੋਚਣਾ ਹੈ। ਬੜੀਆਂ ਅੰਦਰ ਮੱਤੀ ਖਿੰਡੀਆਂ, ਮਨ ਦੀਆਂ ਸੋਚਾਂ ਬਹੁਤ ਖਿੰਡ ਜਾਂਦੀਆਂ ਨੇ। ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ ਆਏ। ਫਿਰ ਇਹਦੇ ਵਿੱਚ ਲਹਿਰਾਂ ਨੇ, ਉਤਰਾਅ ਚੜਾਅ ਨੇ, ਦੁਨੀਆ ਦੀ ਖਿੱਚ ਹੈ, ਚਿੰਤਾ ਹੈ, ਟੈਨਸ਼ਨ ਹੈ। ਇਹਦੇ 'ਚ ਫਿਰ ਗੋਤੇ ਖਾਂਦੇ ਨੇ। ਆਖੋ ਵਾਹਿਗੁਰੂ। ਜਿਨ੍ਹਾਂ ਦੀ ਸਵੇਰ ਵੇਲੇ ਦੀ ਪ੍ਰੋਪਰ ਤਿਆਰੀ ਨਹੀਂ ਹੁੰਦੀ, ਡੁੱਬ ਜਾਂਦੇ ਨੇ। ਜਿਨ੍ਹਾਂ ਨੇ ਸਵੇਰ ਵੇਲੇ ਸਾਲਾਹ ਦੀ ਤਿਆਰੀ ਕੀਤੀ ਹੈ, ਗੁਰੂ ਦੇ ਉਪਦੇਸ਼ਾਂ ਨੂੰ ਜ਼ਿਹਨ ਵਿੱਚ ਰੱਖ ਕੇ, ਵਕਤ ਹੈ ਉੱਪਰ ਲੜ ਮੂਏ ਦੀ ਤਿਆਰੀ ਕਰਕੇ ਜੀਵਨ ਸ਼ੁਰੂਆਤ ਕੀਤੀ ਹੈ, ਉਹ ਬਚ ਜਾਂਦੇ ਨੇ। ਤੀਜਾ ਮੂੰਹ ਗਿਰਾ, ਭੁੱਖ ਤੇ ਖਾਧੋਏ ਭੌਂਕੀਆ। ਫਿਰ ਤੀਜੀ ਬਾਤ ਇਹ ਹੈ ਕਿ ਮੁੱਖ ਗਿਰਾ, ਮੁੱਖ ਦੇ ਵਿੱਚ ਕੁਝ ਖਾਣ ਨੂੰ ਚਾਹੀਦਾ, ਇਹਨੂੰ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ। ਭੁੱਖ ਤੇ ਪਿਆਸ ਦੋਏ ਭੌਂਕੀਆਂ, ਤੇ ਫਿਰ ਇਹਨੂੰ ਜ਼ੋਰ ਪਾਉਂਦੀਆਂ ਨੇ ਕੁਝ ਖਾਣ ਪੀਣ ਨੂੰ ਮਿਲੇ। ਖਾਧਾ ਹੋਏ ਸਵਾਹ, ਕੀ ਖਾਣੇ ਸਿਓ ਦੋਸਤੀ। ਖਾ ਲੈਂਦਾ ਹੈ, ਇੱਥੇ ਸਵਾਹ ਦੇ ਅਰਥ ਹੈ ਹਜ਼ਮ ਹੋ ਜਾਂਦਾ ਹੈ, ਫੋਕਟ ਬਣ ਜਾਂਦਾ ਹੈ। ਫਿਰ ਖਾਣੇ ਸਿਓ ਦੋਸਤੀ, ਫਿਰ ਭੁੱਖ ਲੱਗੀ ਹੁੰਦੀ ਹੈ। ਇਸ ਨੂੰ ਪੂਰਾ ਕਰਨ ਵਾਸਤੇ ਇਹ ਭੱਜਦਾ ਹੈ, ਜ਼ਿੰਦਗੀ ਵਿੱਚ ਉਲਝਦਾ ਹੈ। ਚੌਥਾ ਹੈ ਆਈ ਊਂਘ, ਅੱਖੀਂ ਮੀਟ ਪਵਾਰ ਗਿਆ। ਫਿਰ ਰਾਤ ਨੂੰ ਨੀਂਦ ਆ ਗਈ, ਗੂੜੀ ਨੀਂਦ ਸੌਂ ਗਿਆ। ਪਵਾਰ ਗਿਆ ਸ਼ਬਦ ਗੁਰਬਾਣੀ ਅੰਦਰ ਬਹੁਤ ਸਾਰੇ ਥਾਵਾਂ ਤੇ ਮੈਥੋਲੋਜੀ ਵੀ ਵਰਤੀ ਹੈ। ਉਸ ਮਿੱਥ ਨੂੰ, ਮਨੌਤ ਨੂੰ ਕਹਾਵਤ ਵਜੋਂ ਵਰਤਿਆ ਹੁੰਦਾ ਹੈ, ਉਹਨੂੰ ਅਸਲੀਅਤ ਨਹੀਂ ਮੰਨਿਆ ਗੁਰੂ ਪਾਤਸ਼ਾਹ ਨੇ। ਜਿਵੇਂ ਹੁੰਦਾ ਹੈ ਕਿ ਕਸਵੱਟੀ ਦੇ ਨਾਲ ਕੋਈ ਵੀ ਧਾਤ ਲਾ ਦਿਓ, ਸੋਨਾ ਬਣ ਜਾਂਦੀ ਹੈ। ਦਿਸ ਇਜ਼ ਅ ਮੈਥੋਲੋਜੀ। ਇੱਕ ਮਿੱਥ ਹੈ, ਲੋਕਾਂ ਦਾ ਖਿਆਲ ਹੈ, ਉਹਨੂੰ ਉਦਾਹਰਨ ਵਜੋਂ ਵਰਤਿਆ ਗਿਆ। ਉਂਝ ਨਹੀਂ ਹੁੰਦਾ। ਜੇ ਉਂਝ ਹੁੰਦਾ ਤਾਂ ਕਿਸੇ ਕੋਲੇ ਕੋਈ ਕਸਵੱਟੀ ਗੌਰਮੈਂਟ ਆਪਣੇ ਕਬਜ਼ੇ 'ਚ ਕਰ ਲੈਂਦੀ,
ਆ ਜਿੰਨਾ ਲੋਹਾ ਸੀ ਸੋਨਾ ਬਣਾ ਲੈਂਦੀ, ਫਿਰ ਤੇ ਵਾਰੇ ਨਿਆਰੇ ਹੋ ਜਾਣੇ ਸੀ। ਇੱਦਾਂ ਨਹੀਂ ਹੁੰਦਾ। ਉਹ ਮਨੌਤ ਨੂੰ ਕਹਾਵਤ ਲਈ ਵਰਤਿਆ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਨੌਤ ਸੀ ਕਿ ਜਦੋਂ ਕੋਈ ਮਰ ਜਾਂਦਾ ਹੈ, ਉਹ ਜੀ ਉਹਨੂੰ ਜਮਦੂਤ ਪਹਿਲਾਂ ਲੈ ਗਏ ਜੀ, ਫਿਰ ਉਹ ਥੋੜ੍ਹੇ ਚਿਰ ਬਾਅਦ ਉਹਨੂੰ ਛੱਡ ਜਾਂਦੇ ਨੇ, ਉਹਨੂੰ ਕਹਿੰਦੇ ਨੇ ਪਵਾਰ ਗਿਆ। ਜਿਹਨੂੰ ਡਾਕਟਰ ਕਹਿੰਦੇ ਨੇ ਕਿ ਉਹ ਕੋਮਾ ਦੀ ਅਵਸਥਾ ਹੋ ਜਾਂਦੀ ਹੈ, ਡੈਡ ਡਿਕਲੇਅਰਡ ਨਹੀਂ ਹੋ ਸਕਦਾ। ਉਸ ਤੋਂ ਬਾਅਦ ਉਹਨੂੰ ਸੋਝੀ ਆ ਜਾਂਦੀ ਹੈ। ਪੁਰਾਤਨ ਸਮੇਂ 'ਚ ਕੋਈ ਬਹੁਤੇ ਸਾਧਨ ਨਹੀਂ ਸੀ ਹੁੰਦੇ, ਉਹਨੂੰ ਕਹਿ ਦਿੰਦੇ ਸੀ ਪਵਾਰ ਗਿਆ। ਸਤਿਗੁਰੂ ਕਹਿੰਦੇ ਜਿਵੇਂ ਕੋਈ ਪਵਾਰ ਗਿਆ ਭਵ ਜਾ ਕੇ ਆ ਗਿਆ, ਇਸ ਤਰ੍ਹਾਂ ਗੂੜੀ ਨੀਂਦ ਸੌਂ ਕੇ ਬੰਦਾ ਫਿਰ ਉੱਠਦਾ ਹੈ। ਭੀ ਉਠ ਰਚਿਉਨ ਬਾਦ ਸਹਿ ਵਰਿਆਂ ਕੀ ਪਿੜ ਬੱਧੀ, ਫਿਰ ਉੱਠਦਾ ਹੈ, ਫਿਰ ਉਸੇ ਤਰ੍ਹਾਂ ਹੀ ਉਲਝ ਜਾਂਦਾ ਹੈ। ਇਹ ਫਜ਼ੂਲ ਦੇ ਧੰਦਿਆਂ ਵਿੱਚ ਇਹਨੇ ਇਦਾਂ ਉਲਝਾ ਲਿਆ, ਜਿਵੇਂ ਸਹਿ ਵਰਿਆਂ ਕੀ ਪਿੜ ਬੱਧੀ, ਜਿਵੇਂ ਲੱਗਦਾ ਸੈਂਕੜੇ ਸਾਲ ਇੱਥੇ ਹੀ ਜਿਉਣਾ ਹੈ, ਬਹੁਤ ਲੰਬਾ ਇੱਥੇ ਹੀ ਜਿਉਣਾ ਹੈ, ਕਿਉਂਕਿ ਇਹਨੂੰ ਸਵੇਰੇ ਤਿਆਰੀ ਨਹੀਂ ਕਰਨੀ ਆਈ। ਜ਼ਿੰਦਗੀ ਦੀ ਤਿਆਰੀ ਮੇਰੇ ਗੁਰੂ ਪਾਤਸ਼ਾਹ ਦੀ ਗੁਰਬਾਣੀ ਨੇ ਸਿਖਾਉਣੀ ਹੈ। ਗਿਆਨ ਰੂਪੀ ਨਾਮ ਨੂੰ ਜ਼ਿਹਨ 'ਚ ਰੱਖੇਗਾ। ਜਿਵੇਂ ਸਟੂਡੈਂਟ ਐਗਜ਼ਾਮ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਤਿਆਰੀ ਕਰਦਾ ਨਾ, ਪ੍ਰੈਪਰੇਸ਼ਨ ਉਹਦੀ ਹੋ ਰਹੀ ਹੈ, ਉਹਦੇ ਵਿੱਚੋਂ ਜਿਹੜੀ ਸਾਈਕੋਲੋਜੀਕਲੀ ਪ੍ਰਿਪੇਅਰਡ ਹੋ ਰਿਹਾ ਹੈ, ਉਹ ਤਿਆਰੀ ਕੀ ਹੈ, ਉਹ ਸਾਰੇ ਐਂਸਰਸ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ। ਉੱਥੇ ਜੋ ਕੁਐਸਚਨ ਦਾ ਸਮਾਂ ਬਣੇਗਾ, ਉਸ ਤਰ੍ਹਾਂ ਦਾ ਆਨਸਰ ਲਿਖਾਂਗੇ। ਗੁਰਬਾਣੀ ਅਨੁਸਾਰ ਜ਼ਿੰਦਗੀ ਜਿਉਂਦਿਆਂ ਸੋਚ ਨੂੰ ਗੁਰਮਤ ਵਾਲੀ ਸੋਚ ਬਣਾ ਕੇ ਰੱਖਣਾ ਹੈ, ਸੁਭਾਅ ਨੂੰ ਗੁਰਮਤ ਵਾਲਾ ਸੁਭਾਅ ਬਣਾ ਕੇ ਰੱਖਣਾ ਹੈ। ਇਹਦੀ ਜਿੰਨਾ ਤਿਆਰੀ ਨਹੀਂ ਕੀਤੀ, ਉਹ ਇੱਦਾਂ ਉਲਝ ਜਾਂਦੇ ਨੇ ਜਿਵੇਂ ਸਹਿ ਵਰਿਆਂ ਕੀ ਪਿੜ ਬੱਧੀ, ਜਿਵੇਂ ਸੈਂਕੜੇ ਸਾਲ ਜਿਉਣਾ ਹੈ। ਸਭੇ ਵੇਲਾ ਵਕਤ ਸਭ ਜੇ ਅੱਠੀਂ ਭਉ ਜਾਏ, ਜੇ ਹਰ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਅੱਠੀਂ ਭਉ ਹੋਏ। ਦੁਬਾਰੇ ਪੜ੍ਹ ਲਈਏ, ਸਭੇ ਵੇਲਾ ਵਕਤ ਸਭ ਜੇ ਅੱਠੀਂ ਭਉ ਹੋਏ, ਜੇ ਅੱਠੀਂ ਭਉ ਹਰ ਵੇਲੇ, ਹਰ ਸਮੇਂ, ਹਰ ਤਰ੍ਹਾਂ ਦੀ ਸਿਚੁਏਸ਼ਨ ਵਿੱਚ, ਹਰ ਤਰ੍ਹਾਂ ਦੇ ਹਾਲਾਤ ਵਿੱਚ ਰੱਬੀ ਭੈ ਵਿੱਚ ਫੈਸਲੇ ਲਏ ਜਾਣ। ਉਹਦਾ ਭੈ ਹੋਵੇ, ਕੌਨਸ਼ੀਅਸਨੈਸ ਹੋਵੇ, ਨਿਰਮਲ ਭਾਵ। ਨਾਨਕ ਸਾਹਿਬ ਮਨ ਵਸੈ, ਸੱਚਾ ਨਹਾਵਣ ਹੋਏ। ਫਿਰ ਗੁਰੂ ਦੇ ਉਪਦੇਸ਼ ਵਿੱਚ ਉਹਨੂੰ ਸੱਚਾ ਨਹਾਉਣਾ ਆ ਗਿਆ। ਜਿਉਣਾ ਕਿਵੇਂ? ਫਿਰ ਉਹਦੇ ਹਿਰਦੇ ਵਿੱਚ, ਭਾਵਨਾਵਾਂ ਵਿੱਚ ਸਾਹਿਬ ਮਾਲਕ ਗੁਰੂ ਵਸਦੇ ਨੇ ਤੇ ਸਾਹਿਬ ਮਾਲਕ ਵਾਹਿਗੁਰੂ ਜੀ ਵਸਦੇ ਨੇ। ਮਹੱਲਾ ਦੂਜਾ, ਅਗਲਾ ਸ਼ਲੋਕ ਦੂਸਰੇ ਪਾਤਸ਼ਾਹ ਦਾ। ਤੇਈ ਪੂਰੇ ਸ਼ਾਹ ਜਿਨੀ ਪੂਰਾ ਪਾਇਆ, ਅਸਲੀ ਵਪਾਰੀ ਅਸਲੀ ਸ਼ਾਹ ਉਹ ਨੇ ਜਿਨ੍ਹਾਂ ਨੇ ਪੂਰੇ ਗੁਰੂ ਦੇ ਪੂਰੇ ਉਪਦੇਸ਼ ਨੂੰ ਸੋਚ ਤੇ ਸੁਭਾਅ ਵਿੱਚ ਲਾਗੂ ਕਰਕੇ ਜ਼ਿੰਦਗੀ 'ਚ ਪਾ ਲਿਆ। ਜਿਨ੍ਹਾਂ ਨੇ ਪੂਰੇ ਵਾਹਿਗੁਰੂ ਦੀ ਪੂਰੀ ਬਖਸ਼ਿਸ਼ ਨੂੰ ਪਾ ਲਿਆ। ਅੱਠੀਂ ਵੇ ਪਰਵਾਹ ਰਹਿਣ ਇੱਕ ਤੈ ਰੰਗ, ਅੱਠੀਂ ਪਹਿਰ, ਹਰ ਵੇਲੇ, ਹਰ ਸਮੇਂ ਉਹ ਦੁਨੀਆ ਦੇ ਲੈਵਲ ਦੇ ਉੱਪਰ ਬੇਪਰਵਾਹ ਰਹਿੰਦੇ ਨੇ। ਬੇਪਰਵਾਹ ਦੇ ਅਰਥ ਨਾ ਕਿਸੇ ਦੀ ਗੁਲਾਮੀ, ਨਾ ਕਿਸੇ ਦੀ ਚਾਪਲੂਸੀ। ਕਿਉਂਕਿ ਚਾਪਲੂਸੀ ਹੈ ਤੇ ਗੁਲਾਮੀ, ਅਣਹੋਈ ਗੁਲਾਮੀ ਉਹ ਕਰੇਗਾ ਜਿਹੜਾ ਸਵਾਰਥੀ ਹੋਏਗਾ। ਗੁਰਮੁਖ ਸਵਾਰਥੀ ਨਹੀਂ, ਗੁਰਮੁਖ ਪਰਉਪਕਾਰੀ ਹੁੰਦਾ ਹੈ। ਜਿਹੜਾ ਪਰਉਪਕਾਰੀ ਹੁੰਦਾ ਹੈ, ਉਹ ਕਿਸੇ ਦੀ ਗੁਲਾਮੀ ਨਹੀਂ ਕਰ ਸਕਦਾ। ਇਸ ਕਰਕੇ ਬਹੁਤਿਆਂ ਨੂੰ ਚੰਗਾ ਨਹੀਂ ਲੱਗੇਗਾ। ਉੱਪਰ ਆਇਆ ਸੀ ਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਅਗਰ ਕੋਈ ਗੁਰਮੁਖ ਕਿਸੇ ਇੰਪਲਾਇਰ ਦੇ ਕੋਲ ਇੰਪਲਾਈ ਲੱਗਿਆ ਹੋਇਆ, ਉਹ ਤੋਂ ਗੁਲਾਮੀ ਨਹੀਂ ਹੋਏਗੀ, ਬੇਪਰਵਾਹ ਹੋਏਗਾ। ਉਹ ਸਵਾਰਥੀ ਨਹੀਂ ਹੋਏਗਾ, ਪਰਉਪਕਾਰੀ ਹੋਏਗਾ। ਇਸ ਲਈ ਉਹਨੂੰ ਚਾਪਲੂਸੀ ਨਹੀਂ ਕਰੇਗਾ। ਤੇ ਬਹੁਤੇ ਜਿਹੜੇ ਪਦਵੀਆਂ ਦੇ ਲਾਲਚੀ ਇੰਪਲਾਇਰ ਹੁੰਦੇ ਨੇ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਉਹ ਬੇਪਰਵਾਹ ਹੁੰਦਾ ਹੈ, ਉਹਨਾਂ ਨੂੰ ਲੱਗਦਾ ਹੈ ਹੰਕਾਰ ਹੈ ਇਹਨੂੰ। ਉਹ ਆਪਣੇ ਗੁਰੂ ਦੇ ਰੰਗ ਵਿੱਚ ਹੁੰਦਾ ਹੈ, ਉਹ ਕਹਿੰਦਾ ਮੈਥੋਂ ਚਾਪਲੂਸੀ ਨਹੀਂ ਹੁੰਦੀ, ਮੈਥੋਂ ਤੁਹਾਡੀ ਗੁਲਾਮੀ ਨਹੀਂ ਹੁੰਦੀ। ਅਣਹੋਈ ਗੁਲਾਮੀ ਮੈਂ ਨਹੀਂ ਕਰਾਂਗਾ, ਨਿਯਮਾਂ ਵਿੱਚ ਰਵਾਂਗਾ। ਜੋ ਮੇਰੀ ਡਿਊਟੀ ਹੈ ਮੈਂ ਕਰਾਂਗਾ। ਡਿਊਟੀ ਤੋਂ ਉੱਪਰ ਮੈਥੋਂ ਨਹੀਂ ਤੁਹਾਡੀ ਗੁਲਾਮੀ ਹੁੰਦੀ। ਉਹ ਕਹਿੰਦੇ ਨੇ ਆਕੜ ਬਹੁਤ ਹੈ। ਇਹ ਬੇਪਰਵਾਹ ਬਿਰਤੀ ਨੂੰ ਉਹ ਨਹੀਂ ਸਮਝ ਸਕਦੇ। ਇਸ ਲਈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉੱਪਰ ਇਹ ਸਬਜੈਕਟ ਰੱਖ ਦਿੱਤਾ ਹੈ। ਉਹ ਆਪਣੇ ਪਿਆਰੇ ਵਾਹਿਗੁਰੂ ਦੇ ਤੇ ਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ। ਦਰਸ਼ਨ ਰੂਪ ਅਥਾਹ ਵਿਰਲੇ ਪਾਈ ਹੈ। ਉਹਨਾਂ ਨੂੰ ਹਰ ਵੇਲੇ ਮਹਿਸੂਸ ਹੁੰਦਾ ਮੇਰੇ ਗੁਰੂ ਮੇਰੇ ਨਾਲ ਨੇ, ਮੇਰੇ ਵਾਹਿਗੁਰੂ ਜੀ ਮੇਰੇ ਅੰਗ ਸੰਗ ਨੇ। ਇਸ ਦੀਦਾਰ ਰਸਮ ਦੇ ਵਿੱਚ
ਇਸ ਦੀਦਾਰ ਝਲਕ ਦੇ ਆਨੰਦ ਵਿੱਚ ਵਿਰਲੇ ਨੇ ਜਿਹੜੇ ਜਿਉਂਦੇ ਨੇ। ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ, ਉਹਨਾਂ ਨੂੰ ਪੂਰੇ ਗੁਰੂ ਨੇ ਪੂਰੇ ਬੋਲ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਸਿਖਾ ਦਿੱਤਾ ਹੈ, ਸਮਝਾ ਦਿੱਤਾ ਹੈ। ਪੂਰੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਉਹਨਾਂ ਤੇ। ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਇਹ ਨਾਨਕ ਜੀ, ਨਾਨਕ ਪੂਰਾ ਜੇ ਕਰੇ। ਇਹ ਨਾਨਕ ਜੀ, ਜਿਨ੍ਹਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਦੇ ਦਿੰਦੇ ਨੇ ਨਾ, ਉਹ ਰੱਬ ਦੇ ਨਿਯਮਾਂ ਵਿੱਚ ਤੇ ਗੁਰੂ ਦੇ ਨਜ਼ਰੀਏ ਤੇ ਪੂਰੇ ਤੋਲ ਉਤਰਦੇ ਨੇ। ਆਖੋ ਵਾਹਿ ਪੌੜੀ ਜਾ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈ ਹੈ। ਇਹ ਵਾਹਿਗੁਰੂ ਜੀ, ਜੇ ਤੁਸੀਂ ਅੰਗ ਸੰਗ ਹੋ, ਤੁਹਾਡੀਆਂ ਰਹਿਮਤਾਂ ਹੁੰਦੀਆਂ ਨੇ, ਤਾਂ ਹੀ ਇਹ ਸੱਚ ਦੀ ਬਾਤ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ। ਤੁਹਾਡੀ ਹੀ ਬਖਸ਼ਿਸ਼ ਨਾਲ ਹੁੰਦੀ ਹੈ। ਇਹਦੇ ਤੇ ਆਪਣਾ ਜ਼ੋਰ ਨਹੀਂ ਹੈ। ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਹੈ। ਜਿਹੜੇ ਮਨ ਸੋਚ ਅੱਗੀ ਗਈ, ਮਸਤ ਹੋ ਗਈ, ਦੁਨੀਆ ਦੀ ਉਲਝਣ ਤਾਣੀ 'ਚ ਉਲਝ ਗਈ, ਉਹਨਾਂ ਨੂੰ ਇਹ ਆਨੰਦ ਦਾ ਗੁਰੂ ਦੇ ਮਾਰਗ ਦੇ ਰਸ ਦਾ ਮਹਿਲ ਨਹੀਂ ਮਿਲਦਾ। ਇਹਨਾਂ ਚਿੱਤ ਕਠੋਰ ਸੇਵ ਗਵਾਈ ਹੈ। ਉਹਨਾਂ ਦਾ ਚਿੱਤ ਕਠੋਰ ਹੁੰਦਾ ਹੈ। ਕਠੋਰ ਤੋਂ ਭਾਵ ਗੁਰੂ ਉਪਦੇਸ਼ਾਂ ਦਾ ਉਹਨਾਂ ਤੇ ਅਸਰ ਨਹੀਂ ਹੁੰਦਾ। ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ, ਪਰਉਪਕਾਰੀ ਬਿਰਤੀ ਵਿੱਚ ਜੀਵਨ ਜਿਉਣਾ, ਇਹ ਗੁਰੂ ਦੀ ਸੇਵਾ ਹੈ। ਰੱਬ ਨੂੰ ਸਮਰਪਿਤ ਹੋਣਾ ਰੱਬ ਦੀ ਸੇਵਾ ਹੈ। ਤੇ ਇਸ ਸੇਵਾ ਨੂੰ ਗਵਾ ਲੈਂਦੇ ਨੇ ਕਠੋਰ ਚਿੱਤ ਵਾਲੇ। ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ। ਜਿਸ ਹਿਰਦੇ ਵਿੱਚ ਸੱਚ ਨਹੀਂ ਵਸਦਾ, ਉਸ ਸੁਭਾਅ ਨੂੰ, ਉਸ ਸੋਚ ਨੂੰ ਭੰਨ ਦੇਣਾ ਚਾਹੀਦਾ ਹੈ ਤੇ ਗੁਰੂ ਤੋਂ ਉਹਦੀ ਘਾੜਤ ਕਢਾ ਲੈਣੀ ਚਾਹੀਦੀ ਹੈ। ਆਖੋ ਜਿਹੜੀਆਂ ਸਿੱਖਿਆ, ਜਿਹੜੇ ਉਪਦੇਸ਼ ਵਾਹਿਗੁਰੂ ਉਹ ਸਾਡੇ ਸੁਭਾਅ ਦੀਆਂ, ਸੋਚ ਦੀਆਂ ਜਿਹੜੀਆਂ ਵਿਚਾਰਾਂ ਤੇ ਸੋਚਾਂ ਗੁਰੂ ਉਪਦੇਸ਼ ਦੇ ਫਿੱਟ ਨਹੀਂ ਆਉਂਦੀਆਂ, ਉਹ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਗੁਰੂ ਦੀਆਂ ਵਿਚਾਰਾਂ ਲੈ ਲੈਣੀਆਂ ਚਾਹੀਦੀਆਂ ਨੇ। ਇਹਨੂੰ ਕਹਿੰਦੇ ਨੇ ਭੰਨ ਕਢਾਈ ਹੈ। ਕਿਉਂ ਕਰ ਪੂਰੈ ਵਟ ਤੋਲ ਤੋਲਾਈ ਹੈ। ਫਿਰ ਗੁਰੂ ਦੇ ਬੱਟੇ ਤੇ ਜਦੋਂ ਗੁਰੂ ਪਾਤਸ਼ਾਹ ਤੋਲਦੇ ਨੇ ਰੱਬੀ ਨਜ਼ਰੀਏ ਨਾਲ, ਰੱਬੀ ਨਿਯਮਾਂ ਅਨੁਸਾਰ, ਫੇਰ ਹੀ ਪੂਰਾ ਤੁਲਿਆ ਜਾ ਸਕਦਾ ਹੈ। ਕੋਈ ਨਾ ਆਖੈ ਘੱਟ ਹਉਮੈ ਜਾਈਐ। ਉਂਝ ਦੁਨੀਆ ਤੇ ਹਰ ਕੋਈ ਆਪਣੇ ਆਪ ਨੂੰ ਹਉਮੈ ਵਿੱਚ ਇੱਕ ਤੋਂ ਇੱਕ ਸਿਆਣਾ ਕਹਾਉਂਦਾ ਹੈ, ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ। ਪਰ ਲਈਐਨ ਖਰੇ ਪਰਖ ਦਰ ਬਿਨਾਈ ਹੈ। ਬਿਨਾਈ ਹੈ ਬੀਨਾ, ਸਿਆਣਾ ਵਾਹਿਗੁਰੂ ਜੀ। ਸੁਗੜ ਸੁਜਾਨ ਵਾਹਿਗੁਰੂ ਜੀ ਦੇ ਦਰ ਤੇ ਉਹਦੇ ਨਿਯਮਾਂ ਵਿੱਚ ਜਦੋਂ ਪਰਖਿਆ ਜਾਂਦਾ ਨਾ, ਫਿਰ ਉਹ ਪੂਰਾ ਨਹੀਂ ਉਤਰ ਸਕਦੇ। ਪੂਰਾ ਉਤਰੇਗਾ ਗੁਰਮੁਖ ਸੁਭਾਅ। ਸੌਦਾ ਇਕਤ ਹਟ ਪੂਰਾ ਗੁਰ ਪਾਈ ਹੈ। ਇਹ ਸੌਦਾ ਗੁਰਮੁਖ ਸੁਭਾਅ ਦਾ, ਗੁਰਮਤ ਵਾਲੀ ਸੋਚ ਦਾ ਕੇਵਲ ਗੁਰੂ ਦੀ ਹੱਟ ਤੋਂ ਮਿਲਦਾ ਹੈ। ਗੁਰੂ ਦੇ ਉਪਦੇਸ਼ ਮੰਨਣ ਕਰਕੇ ਹੀ ਮਿਲਦਾ ਹੈ। ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਮਕਸਦ ਇਹ ਹੈ ਸਮਝ ਲਈਏ ਤੇ ਸੋਚ ਸੁਭਾਅ ਤੇ ਲਾਗੂ ਕਰਕੇ ਜੀਵਨ ਜਿਉ ਲਈਏ। ਸਤਿਗੁਰੂ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।